सत श्री अकाल जी। मैं लवप्रीत कौर हाज़र हाँ जी गुरविंदर सरसीनी द्वारा लिखिया गया नावल मंदभागी करमों का दूजा विआह ਦਾ भाग 7वां लैके आओ आपां शुरू करते हाँ। शुरू करन तो पहलां वीडियो नूं लाइक कर दिओ जी ते चैनल नूं जरूर सबसक्राइब कर लिओ। ਨੂਰ ਦਾ ਮਾਮਾ भी उस समय रोन लग पिया ते घुट के अपनी भैन नूं जफ्फी विच लै लिया ते कहण लगा, भैणे इसदा इंसाफ तां असीं जरूर लवांगे, तू चिंता क्यों करदी ऐ। ਨੂਰ ਦੀ माँ कहण लगी, अज मैं इस कुत्ते थाणेदार नूं जिउंदा नहीं छड्डणा, अज मैं इस नूं विचों उधेड़ के रख देना। इसने दोवें मुंडियां उत्ते किन्ना शद्दत कीता है। थाणेदार आवे, तेरे भी घर बच्चे होणगे, कदे साडे बच्चिआं नूं उन्हां दी थां रख के वेखी, शायद तेरे अंदर इंसानियत जाग पवे। इन्ना तां कोई जानवर नूं भी नहीं मारदा जिन्ना तूं उन्हां दा मार मार के बुरा हाल कर दिता। थाणेदार चंगी तरह वेख, मेरे मुंडे कोलों तुरिया भी नहीं जा रहा, उस दियां किस तरह लत्तां तोड़ के रख दित्तियां। ते जांदी जांदी माँ थाणेदार नूं बस असीस भी दे गई ते कह गई कि थाणेदारा रब करे तेरा भी अजिहा हाल होवे। फिर झट करमों ने माँ नूं फड़िया ते समझा के ਨੂਰ ਵੱਲ ਲੈ गई। इकदम पिछे नूं मुड़दे हुए ਉਹ ਨੂਰ ਵੱਲ ਨੂੰ हो पए ते सारियां ने मिल के ਨੂਰ ਨੂੰ मामा जी ਦੀ ਗੱਡੀ ਦੇ अंदर लिटा दिता ते ਨੂਰ ਨੂੰ ਲੈ के ਸਿੱਧਾ ਹਸਪਤਾਲ ਵੱਲ ਚੱਲ ਪਈ। ਨੂਰ ਨੂੰ ਹਸਪਤਾਲ ਵਿੱਚ ਲੈ ਕੇ ਜਦੋਂ ਪਹੁੰਚੇ ਤਾਂ ਉੱਥੋਂ ਦੇ ਡਾਕਟਰ ਨੂਰ ਤੇ ਲੱਗੀਆਂ ਹੋਈਆਂ ਸੱਟਾਂ ਅਤੇ ਕੀਤਾ ਹੋਇਆ ਤਸ਼ੱਦਦ ਵੇਖ ਕੇ ਬੜੇ ਹੈਰਾਨ ਹੋ ਗਏ ਤੇ ਡਾਕਟਰ ਪੁੱਛਣ ਲੱਗ ਪਏ ਕਿ ਇੰਨੀ ਬੇਰਹਿਮੀ ਨਾਲ ਕਿਸਨੇ ਇਸ ਮੁੰਡੇ ਨੂੰ ਕੁੱਟਿਆ। ਤਾਂ ਅੱਗੋਂ ਕਰਮੋ ਬੋਲੀ, ਡਾਕਟਰ ਸਾਹਿਬ ਇਹ ਤਾਂ ਪੁਲਿਸ ਥਾਣੇ ਵਿੱਚ ਇੱਕ ਜ਼ਾਲਮ ਥਾਣੇਦਾਰ ਹੈ, ਉਸਨੇ ਨੂਰ ਉੱਤੇ ਬਿਨਾਂ ਵਜ੍ਹਾ ਕੋਈ ਨੋਟਿਸ ਨਹੀਂ ਦਿੱਤਾ ਅਤੇ ਥਾਣੇ ਵਿੱਚ ਬੁਲਾਇਆ ਤੇ ਕੁੱਟਣ ਲੱਗ ਪਿਆ ਸੀ ਤੇ ਡਾਕਟਰ ਸਾਹਿਬ ਇੰਨਾ ਜ਼ਿਆਦਾ ਕੁੱਟਿਆ ਕਿ ਇਹ ਜ਼ੁਲਮ ਨਾ ਸਹਿਣਯੋਗ ਸੀ। ਕਿਉਂਕਿ ਜਦੋਂ ਡਾਕਟਰ ਪੱਟੀਆਂ ਤੇ ਇਲਾਜ ਕਰ ਰਿਹਾ ਸੀ ਤਾਂ ਉਹ ਇਹ ਸੋਚ ਰਿਹਾ ਸੀ ਕਿ ਕੋਈ ਥਾਂ ਹੈ ਜਿੱਥੇ ਜ਼ਖਮ ਨਾ ਹੋਇਆ ਹੋਵੇ, ਸਰੀਰ ਦਾ ਕੋਈ ਹੀ ਹਿੱਸਾ ਹੋਵੇਗਾ ਜਿੱਥੇ ਜ਼ਖਮ ਨਾ ਹੋਇਆ ਹੋਵੇ। ਨੇੜੇ ਬੈਠਿਆ ਕਰਨ ਜੋ ਕਿ ਨੂਰ ਦਾ ਦੋਸਤ ਸੀ, ਉਹ ਡਾਕਟਰ ਨੂੰ ਪੂਰੀ ਗੱਲਬਾਤ ਸੁਣਾ ਰਿਹਾ ਸੀ ਜੋ ਥਾਣੇਦਾਰ ਨੇ ਉਹਨਾਂ ਨਾਲ ਥਾਣੇ ਵਿੱਚ ਕੀਤਾ। ਤਾਂ ਡਾਕਟਰ ਨੇ ਨੂਰ ਦੇ ਪਰਿਵਾਰ ਨੂੰ ਪੁੱਛਿਆ ਕਿ ਤੁਸੀਂ ਕੇਸ ਦਰਜ ਕਰਵਾਉਣਾ ਚਾਹੋਗੇ। ਤਾਂ ਪਿੱਛੋਂ ਨੂਰ ਦਾ ਮਾਮਾ ਬੋਲਿਆ, ਕਿਉਂ ਨਹੀਂ ਡਾਕਟਰ ਸਾਹਿਬ, ਜੇਕਰ ਮਾੜੀ ਮੋਟੀ ਸੱਟ ਵੱਜੀ ਹੋਵੇ ਤਾਂ ਗੱਲ ਹੋਰ ਸੀ, ਪਰ ਇਹ ਤਾਂ ਹੱਦ ਕਰਕੇ ਵਿਖਾ ਦਿੱਤੀ ਥਾਣੇਦਾਰ ਨੇ। ਅਸਲ ਵਿੱਚ ਨੂਰ ਦਾ ਮਾਮਾ ਸਾਰੀਆਂ ਧਾਰਾਵਾਂ ਜਾਣਦਾ ਸੀ ਕਿ ਉਹ ਕਿਹੜੀ ਧਾਰਾ ਹੈ ਜਿਸ ਨਾਲ ਨੂਰ ਦਾ ਪਰਿਵਾਰ ਇੱਕ ਮਜ਼ਬੂਤ ਕੇਸ ਲੜ ਸਕਦਾ ਸੀ। ਨੂਰ ਦੇ ਮਾਮੇ ਨੇ ਸਿੱਧਾ ਫੋਨ ਫਿਰ ਡੀਐਸਪੀ ਨੂੰ ਕੀਤਾ ਤੇ ਕਿਹਾ, ਡੀਐਸਪੀ ਸਾਹਿਬ ਤੁਸੀਂ ਖੁਦ ਮੇਰੇ ਭਾਂਜੇ ਦੀ ਹਾਲਤ ਵੇਖ ਸਕਦੇ ਹੋ, ਕਿਸ ਤਰ੍ਹਾਂ ਦੀ ਕੁੱਟ-ਕੁੱਟ ਕੇ ਕਰ ਦਿੱਤੀ ਆ। ਡੀਐਸਪੀ ਨੇ ਨੂਰ ਦੇ ਮਾਮੇ ਨੂੰ ਕਾਬੂ ਵਿੱਚ ਰਹਿਣ ਵਾਸਤੇ ਕਿਹਾ ਕਿ ਤੁਸੀਂ ਚਿੰਤਾ ਨਾ ਕਰੋ, ਉਸ ਥਾਣੇਦਾਰ ਉੱਤੇ ਮੈਂ ਜ਼ਰੂਰ ਕੋਈ ਵੱਡੀ ਕਾਰਵਾਈ ਕਰਦਾ ਹਾਂ। ਪਰ ਡੀਐਸਪੀ ਸਿਰੇ ਦਾ ਨਿਕੰਮਾ ਬੰਦਾ ਨਿਕਲਿਆ। ਉਸਨੇ ਚੋਰੀ ਥਾਣੇਦਾਰ ਨੂੰ ਫੋਨ ਕਰਕੇ ਕਹਿ ਦਿੱਤਾ, ਓਏ ਮੂਰਖਾ, ਤੇਰੇ ਤੋਂ ਘੱਟ ਨਹੀਂ ਮਾਰਿਆ ਗਿਆ ਨੂਰ ਦੇ, ਜੇ ਜ਼ਿਆਦਾ ਵਾਧਾ ਵੱਧ ਜਾਂਦਾ ਅਸੀਂ ਕੁਝ ਕਰਨ ਜੋਗੇ ਵੀ ਨਹੀਂ ਸੀ। ਅਸਲ ਗੱਲ ਇਹ ਸੀ ਕਿ ਜਿਹੜੇ ਪੈਸੇ ਥਾਣੇਦਾਰ ਨੇ ਲਏ ਸੀ ਉਹ ਸਿੱਧਾ ਉੱਪਰ ਡੀਐਸਪੀ ਨੂੰ ਪਹੁੰਚ ਚੁੱਕੇ ਸੀ ਤੇ ਡੀਐਸਪੀ ਬਸ ਇੱਕ ਉੱਪਰ ਤੋਂ ਦਿਖਾਵਾ ਕਰ ਰਿਹਾ ਸੀ ਨੂਰ ਦੇ ਮਾਮੇ ਨੂੰ ਝੂਠੇ ਦਿਲਾਸੇ ਦੇ ਕੇ। ਉਧਰ ਉਹ ਨੂਰ ਦਾ ਮਾਮਾ ਇੱਕ ਬਹੁਤ ਵੱਡੀ ਆਸ ਲਗਾ ਕੇ ਬੈਠਾ ਸੀ ਕਿ ਡੀਐਸਪੀ ਥਾਣੇਦਾਰ ਨੂੰ ਜ਼ਰੂਰ ਸਜ਼ਾ ਦੇਵੇਗਾ, ਪਰ ਇਹ ਤਾਂ ਗੱਲ ਹੀ ਕੁਝ ਹੋਰ ਬਣ ਗਈ। ਉਧਰ ਨੂਰ ਵਿਚਾਰਾ ਹਸਪਤਾਲ ਦੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋਇਆ ਪਿਆ ਹੈ ਤੇ ਇਹਦੇ ਡੀਐਸਪੀ ਤੇ ਥਾਣੇਦਾਰ ਆਪਸ ਵਿੱਚ ਸਲਾਹ ਮਸ਼ਵਰਾ ਕਰਨ ਲੱਗ ਪਏ। 2 ਦਿਨ ਗੁਜ਼ਰਨ ਤੋਂ ਬਾਅਦ ਵੀ ਨੂਰ ਹਸਪਤਾਲ ਦੇ ਵਿੱਚ ਹੀ ਦਾਖਲ ਪਿਆ ਸੀ ਤੇ ਨੂਰ ਦੇ ਮਾਮੇ ਨੇ ਡੀਐਸਪੀ ਨੂੰ ਫਿਰ ਤੋਂ ਦੁਬਾਰਾ ਫੋਨ ਕੀਤਾ ਤੇ ਕਿਹਾ ਕਿ ਸਾਹਿਬ ਜੀ ਕੋਈ ਨਾ ਕੋਈ ਕਾਰਵਾਈ ਤਾਂ ਤੁਸੀਂ ਸ਼ੁਰੂ ਕਰੋ, ਕੀ ਪਤਾ ਉਹ ਥਾਣੇਦਾਰ ਪਤਾ ਨਹੀਂ ਹੋਰ ਕਿੰਨੇ ਲੋਕਾਂ ਦੇ ਜਵਾਕਾਂ ਨੂੰ ਕੁੱਟ-ਕੁੱਟ ਕੇ ਛੱਲੀ ਨਾ ਕਰ ਦੇਵੇ। ਡੀਐਸਪੀ ਸਾਹਿਬ ਤੁਸੀਂ ਇਸ ਗੱਲ ਨੂੰ ਬਹੁਤ ਹਲਕੇ ਵਿੱਚ ਲੈ ਰਹੇ ਹੋ। ਜਦੋਂ ਇਹ ਗੱਲ ਨੂਰ ਦੇ ਮਾਮੇ ਨੇ ਡੀਐਸਪੀ ਨੂੰ ਕਹੀ ਤਾਂ ਡੀਐਸਪੀ ਦਾ ਪਾਰਾ ਚੜ੍ਹ ਗਿਆ ਤੇ ਨੂਰ ਦੇ ਮਾਮੇ ਨੂੰ ਕਹਿਣ ਲੱਗਾ, ਉਹ ਗੱਲ ਸੁਣੋ ਓਏ ਚੰਗੀ ਤਰ੍ਹਾਂ ਮੇਰੀ। ਪਹਿਲੀ ਗੱਲ, ਜਿੱਥੇ ਤੂੰ ਥਾਣੇ ਵਿੱਚ ਕੰਮ ਕਰਦਾ ਉੱਥੇ ਤੇਰੀ ਪੋਸਟ ਇੰਨੀ ਵੱਡੀ ਨਹੀਂ ਆ, ਆਪਣੀ ਔਕਾਤ ਵਿੱਚ ਰਹਿ ਕੇ ਗੱਲ ਕਰ। ਹੁਣ ਤੂੰ ਸਾਨੂੰ ਸਿਖਾਵੇਂਗਾ ਕਿ ਕਾਨੂੰਨ ਕਿੱਦਾਂ ਕੰਮ ਕਰਦਾ ਹੈ। ਚੁੱਪ ਕਰਕੇ ਜਿੰਨਾ ਤੈਨੂੰ ਕਿਹਾ ਜਾਂਦਾ ਹੈ ਓਨਾ ਕਰ,
ਬਹੁਤੀ ਬਕਵਾਸ ਕਰਨ ਦੀ ਲੋੜ ਨਹੀਂ। ਜਦੋਂ ਇਹ ਗੱਲਾਂ ਨੂਰ ਦੇ ਮਾਮੇ ਨੇ ਸੁਣੀਆਂ ਤਾਂ ਉਹ ਬੜਾ ਹੈਰਾਨ ਰਹਿ ਗਿਆ ਕਿ ਇਹ ਕੀ ਭਾਣਾ ਵਰਤ ਗਿਆ। ਫਿਰ ਨੂਰ ਦੇ ਮਾਮੇ ਦਾ ਡੀਐਸਪੀ ਤੋਂ ਭਰੋਸਾ ਜਿਹਾ ਉੱਠ ਗਿਆ। ਫਿਰ ਵੀ ਨੂਰ ਦੇ ਮਾਮੇ ਨੇ ਠੀਕ ਹੈ ਸਾਹਿਬ ਜੀ ਇਹ ਕਹਿ ਕੇ ਫੋਨ ਕੱਟ ਦਿੱਤਾ। ਨੂਰ ਦੇ ਹਲੇ ਵੀ ਜ਼ਖਮ ਹਰੇ ਪਏ ਸੀ। ਉੱਪਰੋਂ ਮੁਸੀਬਤ ਤੋਂ ਮੁਸੀਬਤ ਆਉਂਦੀ ਜਾ ਰਹੀ ਸੀ। ਪਤਾ ਨਹੀਂ ਕਿਹੜੇ ਜਨਮਾਂ ਦਾ ਬਦਲਾ ਦੇ ਰਿਹਾ ਸੀ। ਨੂਰ ਇੱਕ ਮੁਸੀਬਤ ਖਤਮ ਹੋਣ ਦਾ ਨਾਂ ਲੈਂਦੀ ਸੀ ਤੇ ਉਸ ਤੋਂ ਪਹਿਲਾਂ ਇੱਕ ਹੋਰ ਵੱਡੀ ਮੁਸੀਬਤ ਉਸ ਦੀਆਂ ਅੱਖਾਂ ਸਾਹਮਣੇ ਆ ਕੇ ਖੜ ਜਾਂਦੀ ਸੀ। ਵਿਚਾਰੇ ਕਰਦੇ ਵੀ ਕਿ ਇੰਨਾ ਵੱਡਾ ਕੇਸ ਲੜ ਰਹੇ ਸੀ। ਨੂਰ ਦੇ ਨਾਲ ਜਿਹੜੇ ਦੋਸਤ ਮਰੇ ਸਨ ਉਹਨਾਂ ਦੇ ਪਰਿਵਾਰਾਂ ਨੇ ਡੀਐਸਪੀ ਨੂੰ ਹੋਰ ਜ਼ਿਆਦਾ ਪੈਸੇ ਤੱਕ ਦਿੱਤੇ ਤੇ ਕਿਹਾ ਜੋ ਮਰਜ਼ੀ ਕਰੋ ਇਹ ਕੇਸ ਸਾਨੂੰ ਜਿੱਤਣਾ ਚਾਹੀਦਾ ਹੈ। ਨੂਰ ਤੇ ਉਸ ਦਾ ਪਰਿਵਾਰ ਉਹਨਾਂ ਦਾ ਦੁੱਖ ਜਾਣਦੇ ਸੀ, ਪਰ ਵਿਚਾਰਾ ਨੂਰ ਤੇ ਕਰਨ ਇਹ ਕਹਿ ਕੇ ਥੱਕ ਚੁੱਕੇ ਸੀ ਕਿ ਇਹ ਜੁਰਮ ਉਹਨਾਂ ਨੇ ਜਾਣਬੁੱਝ ਕੇ ਨਹੀਂ ਕੀਤਾ। ਪਰ ਉਹਨਾਂ ਦੇ ਦੋਸਤਾਂ ਦੇ ਪਰਿਵਾਰ ਇਹ ਗੱਲ ਸਮਝਣ ਨੂੰ ਤਿਆਰ ਹੀ ਨਹੀਂ ਸਨ। ਫਿਰ ਨੂਰ ਦੇ ਮਾਮਾ ਜੀ ਨੇ ਉਹਨਾਂ ਦੇ ਦੋਸਤਾਂ ਦੇ ਪਰਿਵਾਰ ਨੂੰ ਮਿਲਣ ਵਾਸਤੇ ਜਾਣਾ ਹੀ ਚੰਗਾ ਸਮਝਿਆ। ਫਿਰ ਨੂਰ ਨੂੰ ਕੁਝ ਦਿਨਾਂ ਬਾਅਦ ਹਸਪਤਾਲ ਵਿੱਚੋਂ ਛੁੱਟੀ ਹੋ ਗਈ। ਕਰਨ, ਨੂਰ, ਕਰਮੋ ਤੇ ਉਸ ਦੇ ਮਾਮਾ ਜੀ ਨੇ ਇੱਕ ਦਿਨ ਉਹਨਾਂ ਦੇ ਦੋਸਤਾਂ ਦੇ ਘਰ ਜਾਣ ਲਈ ਗੱਡੀ ਨੂੰ ਸਟਾਰਟ ਕਰਕੇ ਤੋਰ ਦਿੱਤਾ ਤੇ ਰਸਤੇ ਵਿੱਚ ਗੱਲਾਂ ਹੁੰਦੀਆਂ ਜਾ ਰਹੀਆਂ ਸਨ। ਪਤਾ ਨਹੀਂ ਨੂਰ ਦੇ ਦੋਸਤ ਸਲੀਮ ਤੇ ਹੁਸੈਨ ਦੇ ਘਰ ਦੇ ਸਾਡੀ ਗੱਲ ਮੰਨਣਗੇ ਵੀ ਕਿ ਨਹੀਂ। ਗੱਡੀ ਸਲੀਮ ਹੋਰਾਂ ਦੇ ਘਰ ਦੇ ਅੱਗੇ ਜਾ ਕੇ ਖੜੀ ਕਰ ਦਿੱਤੀ ਜਾਂਦੀ ਹੈ ਤੇ ਸਾਰੇ ਉਤਰ ਕੇ ਉਹਨਾਂ ਦੇ ਘਰ ਦੇ ਵਿੱਚ ਵੜਨ ਹੀ ਲੱਗਦੇ ਹਨ ਕਿ ਦਰਵਾਜ਼ਾ ਖੋਲ੍ਹਦੇ ਸਮੇਂ ਹੀ ਅੱਗੇ ਸਲੀਮ ਦਾ ਬੁੱਢਾ ਦਾਦਾ ਬੈਠਾ ਹੁੰਦਾ ਹੈ ਤੇ ਜਦੋਂ ਉਹ ਆਪਣੀਆਂ ਬਜ਼ੁਰਗ ਅੱਖਾਂ ਦੇ ਨਾਲ ਇਹਨਾਂ ਸਾਰਿਆਂ ਨੂੰ ਵੇਖਦਾ ਹੈ ਤਾਂ ਪੁੱਛਦਾ ਹੈ ਕਿ ਭਾਈ ਕਿੱਥੋਂ ਆਉਣਾ ਕੀਤਾ ਹੈ। ਤਾਂ ਨੂਰ ਬੋਲਦਾ ਹੈ ਬਾਬਾ ਜੀ ਅਸੀਂ ਸਲੀਮ ਦੇ ਦੋਸਤ ਹਾਂ। ਇਹ ਗੱਲ ਸੁਣਦੇ ਸਾਰ ਹੀ ਸਲੀਮ ਦਾ ਦਾਦਾ ਬੋਲਿਆ ਭਾਈ ਸਲੀਮ ਤਾਂ ਕਦੋਂ ਦਾ ਰੱਬ ਨੂੰ ਪਿਆਰਾ ਹੋ ਚੁੱਕਾ ਹੈ, ਕੀ ਤੁਹਾਨੂੰ ਇਸ ਗੱਲ ਦਾ ਪਤਾ ਨਹੀਂ। ਇਹ ਗੱਲ ਸੁਣਦੇ ਹੀ ਨੂਰ ਤੇ ਕਰਨ ਦੀਆਂ ਅੱਖਾਂ ਵਿੱਚ ਪਾਣੀ ਆ ਜਾਂਦਾ ਹੈ ਤੇ ਉਹ ਕਹਿਣ ਲੱਗਦੇ ਹਨ ਕਿ ਬਾਪੂ ਜੀ ਸਾਨੂੰ ਸਭ ਪਤਾ ਹੈ, ਤਾਂ ਹੀ ਤਾਂ ਅਸੀਂ ਇੱਥੇ ਉਸ ਦੇ ਮਾਂ-ਪਿਓ ਨਾਲ ਦੁੱਖ ਸਾਂਝਾ ਕਰਨ ਆਏ ਹਾਂ। ਬਾਪੂ ਇਹ ਕਹਿੰਦਾ ਚੁੱਪ ਹੋ ਜਾਂਦਾ ਹੈ ਕਿ ਪੁੱਤ ਤੁਹਾਨੂੰ ਤਾਂ ਪਤਾ ਹੀ ਆ ਕਿ ਸਲੀਮ ਸਾਡਾ ਇਕਲੌਤਾ ਵਾਰਸ ਸੀ ਜਿਸ ਨੇ ਸਾਡੇ ਤੋਂ ਹੱਥ ਛੁਡਾ ਕੇ ਰੱਬ ਦਾ ਹੱਥ ਫੜ ਲਿਆ। ਨੂਰ ਤੇ ਕਰਨ ਆਪਣਾ ਰੋਣਾ ਬਾਰ-ਬਾਰ ਕਾਬੂ ਵਿੱਚ ਕਰ ਰਹੇ ਸੀ। ਬੁੱਢੇ ਬਾਪੂ ਦੀਆਂ ਗੱਲਾਂ ਉਹਨਾਂ ਦੇ ਸੀਨਿਆਂ ਨੂੰ ਵਿੱਚੋਂ ਵਿੱਚ ਪਾੜਦੀ ਹੋਈ ਲੰਘ ਰਹੀਆਂ ਸਨ। ਫਿਰ ਨੂਰ ਦੇ ਮਾਮਾ ਜੀ ਨੇ ਬਾਪੂ ਜੀ ਨੂੰ ਮੋਢੇ ਤੋਂ ਹਲਕਾ ਜਿਹਾ ਫੜ ਕੇ ਹੌਸਲਾ ਦਿੱਤਾ ਤੇ ਕਿਹਾ ਬਾਪੂ ਜੀ ਹੁਣ ਉਸ ਰੱਬ ਅੱਗੇ ਕਿਸ ਦਾ ਜ਼ੋਰ। ਜਦੋਂ ਨੂਰ ਦਾ ਪਰਿਵਾਰ ਅੱਗੇ ਪਹੁੰਚੇ ਤਾਂ ਸਲੀਮ ਦੀ ਮਾਂ ਇੱਕਦਮ ਸਾਹਮਣੇ ਕਮਰੇ ਵਿੱਚੋਂ ਨਿਕਲ ਕੇ ਬਾਹਰ ਆਈ ਤੇ ਉਹ ਨੂਰ ਤੇ ਕਰਨ ਨੂੰ ਵੇਖ ਕੇ ਜ਼ੋਰ-ਜ਼ੋਰ ਦੀ ਰੋਣ ਲੱਗ ਪਈ, ਕਿਉਂਕਿ ਇੱਕ ਮਾਂ ਨੂੰ ਹੀ ਪਤਾ ਹੁੰਦਾ ਹੈ ਪੁੱਤ ਦਾ ਵਿਛੋੜਾ ਕਿੰਨਾ ਅਸਹਿ ਹੋ ਜਾਂਦਾ ਹੈ ਜਦੋਂ ਇੱਕ ਜਵਾਨ ਪੁੱਤ ਆਪਣੀ ਚੜ੍ਹਦੀ ਜਵਾਨੀ ਵਿੱਚ ਮਾਂ-ਪਿਓ ਨੂੰ ਇਕੱਲਿਆਂ ਛੱਡ ਕੇ ਚੱਲਿਆ ਜਾਵੇ। ਸਲੀਮ ਦੀ ਮਾਂ ਆਪਣੇ ਹੰਝੂਆਂ ਨੂੰ ਪੂੰਝਦੀ ਹੋਈ ਨੂਰ ਅਤੇ ਸਾਰਿਆਂ ਨੂੰ ਅੰਦਰ ਆਉਣ ਲਈ ਕਹਿੰਦੀ ਹੈ ਤੇ ਉਸ ਸਮੇਂ ਸਲੀਮ ਦੇ ਪਿਤਾ ਜੀ ਮਸਜਿਦ ਵਿੱਚ ਨਮਾਜ਼ ਅਦਾ ਕਰਨ ਲਈ ਗਏ ਹੋਏ ਸੀ। ਇੱਕ ਬੈਠਕ ਵਿੱਚ ਨੂਰ ਦੇ ਸਾਰੇ ਪਰਿਵਾਰ ਨੂੰ ਬਿਠਾ ਦਿੱਤਾ ਗਿਆ ਤੇ ਅਚਾਨਕ ਹੀ ਘਰ ਦੇ ਬਾਹਰ ਦੇ ਦਰਵਾਜ਼ੇ ਵਿੱਚੋਂ ਦਰਵਾਜ਼ਾ ਖੋਲ੍ਹਣ ਦੀ ਆਵਾਜ਼ ਆਈ ਤੇ ਸਲੀਮ ਦੇ ਪਿਤਾ ਜੀ ਮਸਜਿਦ ਵਿੱਚੋਂ ਨਮਾਜ਼ ਅਦਾ ਕਰਕੇ ਵਾਪਸ ਆ ਚੁੱਕੇ ਸੀ। ਜਦੋਂ ਉਹ ਬੈਠਕ ਦੇ ਅੰਦਰ ਵੜਨ ਹੀ ਲੱਗਦੇ ਹਨ ਤਾਂ ਸਲੀਮ ਦੀ ਮਾਂ ਉਹਨਾਂ ਨੂੰ ਪਹਿਲਾਂ ਹੀ ਆ ਕੇ ਰੋਕ ਲੈਂਦੀ ਹੈ ਤੇ ਸਲੀਮ ਦੇ ਪਿਤਾ ਨੂੰ ਇਹ ਦੱਸ ਦਿੰਦੀ ਆ ਕਿ ਨੂਰ ਦੇ ਉਸ ਦਾ ਦੋਸਤ ਕਰਨ ਆਪਣੇ ਪਰਿਵਾਰ ਨੂੰ ਲੈ ਕੇ ਸਾਡੇ ਘਰ ਆਏ ਹਨ। ਤਾਂ ਤਦੇ ਹੀ ਸਲੀਮ ਦੇ ਪਿਤਾ ਜੀ ਹੁਸੈਨ ਦੇ ਪਿਤਾ ਜੀ ਨੂੰ ਵੀ ਫੋਨ ਕਰ ਦਿੰਦੇ ਹਨ ਕਿ ਉਹ ਵੀ ਸਾਡੇ ਘਰ ਆ ਜਾਣ। ਸਲੀਮ ਦੇ ਪਿਤਾ ਤੇ ਮਾਤਾ ਨੂੰ ਆਪਣੇ ਪੁੱਤ ਦੇ ਇਸ ਦੁਨੀਆ ਵਿੱਚੋਂ ਜਾਣ ਦਾ ਬਹੁਤ ਜ਼ਿਆਦਾ ਦੁੱਖ ਸੀ, ਪਰ ਪਤਾ ਨਹੀਂ ਕਿਸ ਨੇ ਸਲੀਮ ਤੇ ਉਸ ਦੇ ਮਾਤਾ ਪਿਤਾ ਨੂੰ ਭੜਕਾ ਦਿੱਤਾ ਸੀ ਕਿ ਇਹ ਤਾਂ ਸਾਰਾ ਕੁਝ ਕਰਿਆ ਕਰਾਇਆ ਨੂਰ ਤੇ ਕਰਨ ਦਾ ਹੈ। ਜੇਕਰ ਸਲੀਮ ਤੇ ਹੁਸੈਨ ਦੇ ਪਰਿਵਾਰ ਵਾਲੇ ਕਿਸੇ ਦੀ ਭੜਕਾਊ ਗੱਲਾਂ ਵਿੱਚ ਨਾ ਆਉਂਦੇ ਤਾਂ ਅੱਜ ਇੰਨਾ ਵਾਧਾ ਨਾ ਵਾਧਾ। ਅਤੇ ਫਿਰ ਸਲੀਮ ਦੇ ਪਿਤਾ ਜੀ ਬੈਠਕ ਦੇ ਵਿੱਚ ਵੜ ਜਾਂਦੇ ਹਨ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਕੇ ਇੱਕ ਪਾਸੇ ਕੁਰਸੀ ਤੇ ਬੈਠ ਜਾਂਦੇ ਹਨ। ਸਾਹਮਣੇ ਨੂਰ, ਕਰਮੋ, ਕਰਨ ਤੇ ਉਸ ਦਾ ਮਾਮਾ ਬੈਠੇ ਹੁੰਦੇ ਹਨ। ਚਾਹ ਪਾਣੀ ਪੀਣ ਤੋਂ ਬਾਅਦ
ਨੂਰ ਦੇ ਮਾਮਾ ਜੀ ਵੱਲੋਂ ਗੱਲ ਸ਼ੁਰੂ ਕੀਤੀ ਜਾਂਦੀ ਹੈ। ਉਹ ਆਖਦੇ ਹਨ ਕਿ ਦੇਖੋ ਜੀ, ਸਾਨੂੰ ਬੇਹੱਦ ਦੁੱਖ ਹੈ ਕਿ ਤੁਹਾਡਾ ਬੇਟਾ ਇਸ ਦੁਨੀਆ ਵਿੱਚ ਨਹੀਂ ਰਿਹਾ। ਇਸ ਕੁਦਰਤ ਦੇ ਭਾਣੇ ਨੂੰ ਕੋਈ ਵੀ ਨਹੀਂ ਟਾਲ ਸਕਦਾ। ਜੇਕਰ ਅਸੀਂ ਸੋਚੀਏ ਇਹ ਘਟਨਾ ਮੇਰੇ ਭਾਂਜੇ ਨਾਲ ਵਰਤੀ ਹੁੰਦੀ ਤਾਂ ਸ਼ਾਇਦ ਤੁਹਾਡੀ ਜਗ੍ਹਾ ਅਸੀਂ ਵੀ ਇਸੇ ਤਰ੍ਹਾਂ ਹੀ ਉਦਾਸ ਹੁੰਦੇ। ਸਾਨੂੰ ਨਹੀਂ ਪਤਾ ਕਿ ਸਾਡੇ ਨਾਲ ਜੋ ਵੀ ਸਲੂਕ ਕੀਤਾ ਜਾ ਰਿਹਾ ਹੈ ਕੌਣ ਕਰਵਾ ਰਿਹਾ ਹੈ, ਪਰ ਜਿਹੜਾ ਪੁਲਿਸ ਥਾਣੇ ਵਿੱਚ ਥਾਣੇਦਾਰ ਹੈ ਉਸਨੇ ਸਾਡੇ ਨੂਰ ਉੱਤੇ ਬੇਹੱਦ ਤਸ਼ੱਦਦ ਕੀਤੇ। ਡੰਡੇ ਸੋਟਿਆਂ ਦੇ ਨਾਲ ਕੁੱਟਿਆ ਗਿਆ। ਜਿੱਥੇ ਕੋਈ ਜਾਨਵਰਾਂ ਨੂੰ ਵੀ ਨਹੀਂ ਰੱਖਣਾ ਚਾਹੁੰਦਾ, ਉਸ ਕਾਲ ਕੋਠੜੀ ਦੇ ਵਿੱਚ ਨੂਰ ਅਤੇ ਕਰਨ ਨੂੰ ਰੱਖਿਆ ਗਿਆ। ਨੂਰ ਦਾ ਮਾਮਾ ਸਲੀਮ ਦੇ ਪਿਤਾ ਨੂੰ ਕਹਿਣ ਲੱਗਾ ਕਿ ਦੇਖੋ ਜੀ, ਇਹ ਬੱਚੇ ਵੀ ਤੁਹਾਡੇ ਬੱਚਿਆਂ ਵਾਂਗ ਹੀ ਹਨ। ਇਹਨਾਂ ਦੀ ਉਮਰ ਵੀ ਸਲੀਮ ਤੇ ਹੁਸੈਨ ਜਿੰਨੀ ਹੀ ਹੈ। ਉਸ ਸਮੇਂ ਅਚਾਨਕ ਹੀ ਟਰੱਕ ਦਾ ਅੱਗੇ ਆ ਜਾਣਾ ਤੇ ਇਹ ਬੱਚੇ ਆਪਣੇ ਆਪ ਨੂੰ ਸੰਭਾਲ ਨਹੀਂ ਪਾਏ। ਗੱਲ ਕਰਦਿਆਂ ਕਰਦਿਆਂ ਹੁਸੈਨ ਦੇ ਪਿਤਾ ਵੀ ਸਲੀਮ ਹੁਰਾਂ ਦੇ ਘਰ ਵਿੱਚ ਪਹੁੰਚ ਜਾਂਦੇ ਹਨ। ਪਹਿਲਾਂ ਥੋੜੀ ਬਹੁਤ ਗੱਲ ਸਾਰਿਆਂ ਦੀ ਸੁਣਨ ਤੋਂ ਬਾਅਦ ਹੁਸੈਨ ਦੇ ਪਿਤਾ ਜੀ ਨੂਰ ਅਤੇ ਕਰਨ ਨੂੰ ਇੱਕ ਗੱਲ ਪੁੱਛਦੇ ਹਨ। ਪੁੱਤਰ, ਤੁਹਾਡੀ ਇੱਕ ਵਾਰ ਕਾਲਜ ਵਿੱਚ ਪੜ੍ਹਦੇ ਹੋਏ ਲੜਾਈ ਵੀ ਤਾਂ ਹੋਈ ਸੀ। ਨੂਰ ਅਤੇ ਕਰਨ ਨੇ ਦੱਸਿਆ ਕਿ ਉਹ ਤਾਂ ਸਾਡੀ ਮਾੜੀ ਮੋਟੀ ਬਹਿਸ ਹੋਈ ਸੀ ਚਾਚਾ ਜੀ। ਹੁਸੈਨ ਦੇ ਪਿਤਾ ਜੀ ਕਹਿਣ ਲੱਗੇ, ਬੇਟਾ ਤੁਹਾਨੂੰ ਪਤਾ ਹੀ ਆ ਕਿ ਸਾਡਾ ਇੰਨਾ ਵੱਡਾ ਨੁਕਸਾਨ ਹੋ ਚੁੱਕਿਆ ਹੈ। ਮੈਨੂੰ ਇੱਕ ਖਦਸ਼ਾ ਹੈ ਕਿ ਤੁਸੀਂ ਦੋਵਾਂ ਨੇ ਮੇਰੇ ਬੇਟੇ ਹੁਸੈਨ ਤੇ ਇਹਨਾਂ ਦੇ ਬੇਟੇ ਸਲੀਮ ਨਾਲ ਕੋਈ ਬਦਲਾ ਲਿਆ ਹੈ, ਕਿਉਂਕਿ ਤੁਹਾਨੂੰ ਦੋਵਾਂ ਨੂੰ ਗੱਡੀ ਵਿੱਚ ਬਹੁਤ ਘੱਟ ਸੱਟਾਂ ਲੱਗੀਆਂ ਸਨ। ਤੁਸੀਂ ਦੋਵਾਂ ਨੇ ਮੇਰੇ ਬੇਟੇ ਤੇ ਸਲੀਮ ਨੂੰ ਨਹੀਂ ਬਚਾਇਆ। ਹੁਸੈਨ ਦਾ ਪਿਤਾ ਥੋੜਾ ਗੁੱਸੇ ਵਿੱਚ ਦਿਖਾਈ ਦੇ ਰਿਹਾ ਸੀ। ਇੰਨੇ ਵਿੱਚ ਹੁਸੈਨ ਦੇ ਪਿਤਾ ਕੋਲ ਡੀਐਸਪੀ ਦਾ ਫੋਨ ਆ ਜਾਂਦਾ ਹੈ। ਨੇੜੇ ਬੈਠੇ ਨੂਰ ਅਤੇ ਕਰਨ ਹੁਸੈਨ ਦੇ ਪਿਤਾ ਦੇ ਫੋਨ ਉੱਤੇ ਡੀਐਸਪੀ ਦਾ ਨਾਂ ਲਿਖਿਆ ਹੋਇਆ ਵੇਖ ਲੈਂਦੇ ਹਨ। ਤਦੇ ਹੀ ਨੂਰ ਅਤੇ ਕਰਨ ਨੂੰ ਪੂਰਾ ਸ਼ੱਕ ਹੋ ਜਾਂਦਾ ਹੈ ਕਿ ਡੀਐਸਪੀ ਸਿੱਧਾ ਹੁਸੈਨ ਦੇ ਪਿਤਾ ਨਾਲ ਫੋਨ ਤੇ ਗੱਲਬਾਤ ਕਰਦਾ ਹੈ। ਇਸ ਤਰ੍ਹਾਂ ਨੂਰ ਤੇ ਉਸਦੇ ਮਾਮਾ ਜੀ ਦਾ ਕੀਤਾ ਹੋਇਆ ਸ਼ੱਕ ਯਕੀਨ ਵਿੱਚ ਬਦਲ ਜਾਂਦਾ ਹੈ ਕਿ ਡੀਐਸਪੀ ਪਹਿਲਾਂ ਹੀ ਇਹਨਾਂ ਨਾਲ ਮਿਲ ਚੁੱਕਾ ਹੈ ਤੇ ਰੱਜ ਕੇ ਇਹਨਾਂ ਤੋਂ ਪੈਸੇ ਖਾ ਰਿਹਾ ਹੈ। ਤੇ ਹੁਸੈਨ ਦੇ ਪਿਤਾ ਡੀਐਸਪੀ ਦਾ ਫੋਨ ਨਹੀਂ ਚੁੱਕਦੇ। ਉਹ ਫੋਨ ਵੇਖ ਕੇ ਫੋਨ ਦੀ ਆਵਾਜ਼ ਬੰਦ ਕਰਕੇ ਦੁਬਾਰਾ ਜੇਬ ਵਿੱਚ ਪਾ ਲੈਂਦੇ ਹਨ। ਜਦੋਂ ਹੁਸੈਨ ਦੇ ਪਿਤਾ ਜੀ ਡੀਐਸਪੀ ਦਾ ਫੋਨ ਨਹੀਂ ਚੁੱਕਦੇ ਤੇ ਫੋਨ ਦੀ ਆਵਾਜ਼ ਬੰਦ ਕਰਕੇ ਆਪਣੀ ਜੇਬ ਵਿੱਚ ਪਾ ਲੈਂਦੇ ਹਨ ਤਾਂ ਨੂਰ ਅਤੇ ਕਰਨ ਨੂੰ ਪੂਰਾ ਸ਼ੱਕ ਹੋ ਜਾਂਦਾ ਹੈ ਕਿ ਡੀਐਸਪੀ ਇਹਨਾਂ ਕੋਲ ਰੋਜ਼ ਫੋਨ ਕਰ ਕਰਕੇ ਇਹਨਾਂ ਨੂੰ ਭੜਕਾ ਰਿਹਾ ਹੈ। ਅਚਾਨਕ ਉਹੀ ਗੱਲ ਹੋਈ ਜਿਸ ਦਾ ਅੰਦਾਜ਼ਾ ਨੂਰ ਤੇ ਉਸਦੇ ਸਾਰੇ ਪਰਿਵਾਰ ਨੂੰ ਬਿਲਕੁਲ ਨਹੀਂ ਸੀ। ਅਚਾਨਕ ਹੀ ਬੈਠਕ ਦਾ ਦਰਵਾਜ਼ਾ ਖੁੱਲਿਆ ਤੇ 45-50 ਸਾਲ ਦਾ ਬੰਦਾ ਅੰਦਰ ਆ ਵੜਿਆ। ਜਦੋਂ ਹੁਸੈਨ ਤੇ ਸਲੀਮ ਦੇ ਪਿਤਾ ਨੇ ਉਸ ਬੰਦੇ ਨੂੰ ਵੇਖਿਆ ਤਾਂ ਵੇਖਦਿਆਂ ਹੀ ਕਹਿਣ ਲੱਗੇ, ਆਓ ਸਰਪੰਚ ਸਾਹਿਬ, ਆਓ ਜੀ, ਇੱਧਰ ਆ ਕੇ ਬੈਠ ਜਾਓ ਕੁਰਸੀ ਉੱਤੇ ਜੀ। ਇਹ ਗੱਲ ਸੁਣ ਕੇ ਨੂਰ, ਕਰਨ ਤੇ ਕਰਮੂ ਤਾਂ ਬਹੁਤ ਹੀ ਡਰ ਗਏ, ਪਰ ਨੂਰ ਦਾ ਮਾਮਾ ਬਿਲਕੁਲ ਡਰਿਆ ਨਹੀਂ ਅਤੇ ਉਸ ਬੰਦੇ ਨੂੰ ਧਿਆਨ ਨਾਲ ਵੇਖਣ ਲੱਗਾ। ਨੂਰ ਦੇ ਮਾਮੇ ਨੂੰ ਪਤਾ ਨਹੀਂ ਇੰਜ ਕਿਉਂ ਲੱਗ ਰਿਹਾ ਸੀ ਕਿ ਉਹ ਬੰਦਾ ਉਸ ਨਾਲ ਸਕੂਲ ਵਿੱਚ ਪੜ੍ਹਿਆ ਹੈ। ਦੂਜੇ ਪਾਸੇ ਨੂਰ ਅਤੇ ਕਰਮੂ ਦਾ ਦਿਲ ਬਹੁਤ ਡਰ ਚੁੱਕਿਆ ਸੀ ਕਿ ਇਹਨਾਂ ਨੇ ਤਾਂ ਹੁਣ ਸਰਪੰਚ ਨੂੰ ਵੀ ਬੁਲਾ ਲਿਆ ਹੈ। ਪਹਿਲਾਂ ਕਿਹੜਾ ਸਾਡੇ ਨਾਲ ਥੋੜੀ ਮਾੜੀ ਹੋ ਰਹੀ ਸੀ, ਪਰ ਨੂਰ ਤੇ ਕਰਮੂ ਦੇ ਸਾਈਡ ਵਿੱਚੋਂ ਉਹਨਾਂ ਦੇ ਮਾਮੇ ਦੀ ਆਵਾਜ਼ ਆਈ, ਰਤਨ ਸਿੰਘ ਤੂੰ? ਰਤਨ ਸਿੰਘ ਬੋਲਿਆ, ਸ਼ਮਸ਼ੇਰ ਸਿੰਘ ਤੂੰ? ਰਤਨ, ਯਾਰ ਤੂੰ ਇੱਥੇ ਕਿਵੇਂ? ਸ਼ਮਸ਼ੇਰ ਮਾਮਾ, ਅੱਛਾ ਤੂੰ ਇਸ ਪਿੰਡ ਦਾ ਸਰਪੰਚ ਹੈ। ਦੋਵੇਂ ਖੜੇ ਹੋ ਗਏ ਤੇ ਸਲੀਮ ਤੇ ਹੁਸੈਨ ਦੇ ਪਿਤਾ ਦੇ ਸਾਹਮਣੇ ਹੀ ਇੱਕ ਦੂਜੇ ਨੂੰ ਗਲਵੱਕੜੀ ਵਿੱਚ ਲੈ ਲਿਆ ਤੇ ਨੂਰ ਦਾ ਮਾਮਾ ਸ਼ਮਸ਼ੇਰ ਕਹਿਣ ਲੱਗਾ, ਯਾਰ ਬੜੀ ਦੇਰ ਬਾਅਦ ਤੇਰੇ ਦਰਸ਼ਨ ਹੋਏ। ਮੈਨੂੰ ਨਹੀਂ ਪਤਾ ਸੀ ਕਿ ਤੂੰ ਇਸ ਪਿੰਡ ਦਾ ਸਰਪੰਚ ਹੈ। ਯਾਰ ਰਤਨ ਸਿੰਘ, ਤੈਨੂੰ ਵੇਖ ਕੇ ਬਹੁਤ ਖੁਸ਼ੀ ਹੋਈ। ਯਾਰ ਮੈਨੂੰ ਮਾफ़ ਕਰੀ, ਪੁਲਿਸ ਵਿੱਚ ਜਾਣ ਤੋਂ ਬਾਅਦ ਮੇਰੇ ਕੋਲੋਂ ਤੈਨੂੰ ਮਿਲਿਆ ਹੀ ਨਹੀਂ ਗਿਆ। ਰਤਨ, ਕੋਈ ਗੱਲ ਨਹੀਂ ਯਾਰਾ, ਹੁਣ ਮਿਲ ਲੈ। ਉਹ ਦੋਵੇਂ ਇੱਕ ਦੂਜੇ ਨੂੰ ਪਤਾ ਨਹੀਂ ਕਿੰਨਿਆਂ ਸਾਲਾਂ ਬਾਅਦ ਮਿਲੇ ਤੇ ਇਹ ਸਾਰਾ ਬਿਰਤਾਂਤ ਦੇਖ ਕੇ ਸਲੀਮ ਤੇ ਹੁਸੈਨ ਦੇ ਪਿਤਾ ਹੈਰਾਨ ਹੋ ਗਏ। ਅਸੀਂ ਸੋਚਿਆ ਕੁਝ ਹੋਰ ਸੀ ਅਤੇ ਕੁਝ ਹੋਰ ਹੋ ਗਿਆ ਤੇ ਉਹਨਾਂ ਦੋਨਾਂ ਦੀ ਦੋਸਤੀ ਵੇਖ ਕੇ ਕਰਮੋਂ ਦੇ ਸਾਹ ਵਿੱਚ ਸਾਹ ਆ ਗਏ ਤੇ ਮਨ ਹੀ ਮਨ ਵਿੱਚ ਆਖਣ ਲੱਗੀ, ਐ ਰੱਬਾ ਤੇਰਾ ਬਹੁਤ ਬਹੁਤ ਸ਼ੁਕਰ ਹੈ
ਕੋਈ ਤਾਂ ਚੱਜ ਦਾ ਬੰਦਾ ਤੂੰ ਭੇਜਿਆ ਸਾਡੇ ਕੋਲ, ਨਹੀਂ ਤਾਂ ਜਿੰਨੇ ਵੀ ਆ ਰਹੇ ਸੀ ਬਸ ਸਾਨੂੰ ਉਜਾੜਨ ਲਈ ਹੀ ਆ ਰਹੇ ਸੀ। ਨੂਰ ਅਤੇ ਕਰਨ ਇੱਕ ਦੂਜੇ ਵੱਲ ਵੇਖ ਕੇ ਹੈਰਾਨ ਹੋ ਰਹੇ ਸੀ ਕਿ ਇਹ ਕੀ ਭਾਣਾ ਵਰਤ ਗਿਆ। ਰੱਬ ਨੇ ਪਿੰਡ ਦਾ ਸਰਪੰਚ ਹੀ ਸਾਡੇ ਮਾਮੇ ਦਾ ਦੋਸਤ ਬਣਾ ਦਿੱਤਾ। ਕਮਾਲ ਹੋ ਗਈ ਜੀ। ਉੱਥੇ ਹੁਣ ਇੱਕ ਖੁਸ਼ਨੁਮਾ ਮਾਹੌਲ ਬਣਨਾ ਸ਼ੁਰੂ ਹੋ ਗਿਆ ਸੀ ਅਤੇ ਇੱਕ ਪਾਸੇ ਹੁਸੈਨ ਤੇ ਸਲੀਮ ਦੇ ਦੋਵੇਂ ਪਿਓ ਅੰਦਰ ਹੀ ਅੰਦਰ ਘੂਰੀਆਂ ਵੱਟ ਰਹੇ ਸੀ ਕਿ ਹੁਣ ਇਹਨਾਂ ਨੂੰ ਗਲਵੱਕੜੀਆਂ ਪਾਉਣ ਤੋਂ ਕਿਵੇਂ ਰੋਕੀਏ। ਰਤਨ ਸਿੰਘ ਤੇ ਸ਼ਮਸ਼ੇਰ ਸਿੰਘ ਇੱਕ ਦੂਜੇ ਨਾਲ ਪੁਰਾਣੀਆਂ ਗੱਲਾਂ ਤਾਜ਼ਾ ਕਰਨ ਲੱਗ ਪਏ ਸੀ। ਸਲੀਮ ਤੇ ਹੁਸੈਨ ਦੇ ਪਿਤਾ ਇਸ ਕਰਕੇ ਚੁੱਪ ਬੈਠੇ ਸੀ ਕਿਉਂਕਿ ਪਿੰਡ ਦੇ ਸਰਪੰਚ ਰਤਨ ਸਿੰਘ ਦਾ ਰੁਤਬਾ ਬਹੁਤ ਵੱਡਾ ਸੀ। ਜੇ ਕੋਈ ਉਸ ਸਮੇਂ ਆਮ ਇਨਸਾਨ ਸ਼ਮਸ਼ੇਰ ਸਿੰਘ ਦਾ ਦੋਸਤ ਨਿਕਲ ਜਾਂਦਾ ਤਾਂ ਸ਼ਾਇਦ ਇਹ ਉਹਨਾਂ ਨੂੰ ਵਿੱਚੋਂ ਹੀ ਟੋਕ ਦਿੰਦੇ। ਉਸ ਸਮੇਂ ਨੂਰ ਦੇ ਪਰਿਵਾਰ ਵਿੱਚ ਇੱਕ ਉਮੀਦ ਜਾਗ ਪਈ ਸੀ ਕਿ ਇਸ ਕੇਸ ਨੂੰ ਜਲਦੀ ਹੀ ਰਫਾ ਦਫਾ ਕਰਕੇ ਬੰਦ ਕਰਵਾਇਆ ਜਾਵੇ। ਅਚਾਨਕ ਹੀ ਗੱਲਾਂ ਕਰਦੇ ਕਰਦੇ ਇੱਕ ਵਾਰ ਫਿਰ ਹੁਸੈਨ ਦੇ ਪਿਤਾ ਕੋਲ ਡੀਐਸਪੀ ਦਾ ਫੋਨ ਆ ਜਾਂਦਾ ਹੈ। ਤਦੇ ਹੀ ਕਰਨ ਉਸ ਫੋਨ ਤੇ ਵੱਜਦੀ ਹੋਈ ਘੰਟੀ ਨੂੰ ਸੁਣ ਲੈਂਦਾ ਹੈ ਤੇ ਹੁਸੈਨ ਦੇ ਪਿਤਾ ਫਿਰ ਤੋਂ ਫੋਨ ਨੂੰ ਬੰਦ ਕਰ ਲੈਂਦੇ ਹਨ। ਸਰਪੰਚ ਰਤਨ ਸਿੰਘ ਨੂੰ ਪਹਿਲਾਂ ਹੀ ਸਾਰੀ ਗੱਲ ਬਾਰੇ ਹੁਸੈਨ ਦੇ ਪਿਤਾ ਨੇ ਦੱਸ ਦਿੱਤਾ ਸੀ, ਪਰ ਫਿਰ ਵੀ ਰਤਨ ਸਿੰਘ ਸਰਪੰਚ ਨੇ ਇੱਕ ਵਾਰ ਨੂਰ ਦੇ ਪਰਿਵਾਰ ਦੇ ਮੂੰਹੋਂ ਸਾਰੀ ਗੱਲ ਨੂੰ ਸੁਣਨਾ ਸਹੀ ਸਮਝਿਆ। ਸਲੀਮ ਹੋਰਾਂ ਦੇ ਘਰ ਵਿੱਚ ਉੱਥੇ ਹੀ ਬੈਠ ਕੇ ਨੂਰ, ਕਰਨ ਤੇ ਮਾਮਾ ਜੀ ਨੇ ਸਾਰੀ ਗੱਲ ਸਰਪੰਚ ਸਾਹਿਬ ਨੂੰ ਦੱਸ ਦਿੱਤੀ ਤੇ ਉਧਰੋਂ ਸਲੀਮ ਤੇ ਹੁਸੈਨ ਦੇ ਪਿਤਾ ਜੀ ਵੀ ਵਿੱਚੋਂ ਵਿੱਚ ਗੱਲ ਨੂੰ ਟੋਕਦੇ ਰਹੇ। ਪਰ ਰਤਨ ਸਿੰਘ ਸਰਪੰਚ ਬਹੁਤ ਹੀ ਪੜ੍ਹਿਆ ਲਿਖਿਆ ਬੰਦਾ ਸੀ। ਉਹ ਦੋਵੇਂ ਪਾਸਿਆਂ ਦੀ ਗੱਲ ਨੂੰ ਬੜੀ ਸੰਜੀਦਗੀ ਨਾਲ ਵਿਚਾਰ ਕੇ ਸੁਣ ਰਿਹਾ ਸੀ। ਫਿਰ ਅਚਾਨਕ ਨੂਰ ਤੇ ਕਰਨ ਨੇ ਗੱਲ ਹੁੰਦੀ ਨੂੰ ਵਿੱਚੇ ਹੀ ਟੋਕ ਦਿੱਤਾ ਤੇ ਆਪਣੇ ਮਾਮਾ ਜੀ ਨੂੰ ਕਿਹਾ ਕਿ ਤੁਸੀਂ ਸਰਪੰਚ ਸਾਹਿਬ ਨੂੰ ਬਾਹਰ ਲੈ ਜਾ ਕੇ ਡੀਐਸਪੀ ਦੀ ਅਤੇ ਥਾਣੇਦਾਰ ਦੀ ਮਿਲੀ ਭੁਗਤ ਸਰਪੰਚ ਸਾਹਿਬ ਨੂੰ ਦੱਸ ਦਿਓ। ਤਦ ਹੀ ਮਾਮਾ ਜੀ ਨੇ ਕਿਹਾ, ਇੱਕ ਮਿੰਟ ਜੀ, ਤੁਸੀਂ ਸਾਰੇ ਚੁੱਪ ਹੋ ਜਾਓ ਅਤੇ ਰਤਨ ਸਿੰਘ ਜੀ ਤੁਸੀਂ 5 ਮਿੰਟ ਲਈ ਮੇਰੇ ਨਾਲ ਥੋੜ੍ਹਾ ਜਿਹਾ ਬਾਹਰ ਆ ਕੇ ਮਿਲੋ। ਨੂਰ ਦੇ ਮਾਮਾ ਜੀ ਰਤਨ ਸਿੰਘ ਸਰਪੰਚ ਨੂੰ 5 ਮਿੰਟ ਲਈ ਬਾਹਰ ਲੈ ਕੇ ਜਾਂਦੇ ਹਨ। ਰਤਨ ਸਰਪੰਚ, ਹਾਂ ਬਈ ਸ਼ਮਸ਼ੇਰ ਸਿੰਘ, ਹੁਣ ਦੱਸ ਕੀ ਕਹਿਣਾ ਚਾਹੁੰਦਾ ਤੂੰ ਮੈਨੂੰ। ਮਾਮਾ ਸ਼ਮਸ਼ੇਰ, ਰਤਨ ਸਿੰਘ, ਹੁਣ ਮੈਂ ਤੈਨੂੰ ਕੀ ਦੱਸਾਂ ਯਾਰ, ਅੱਧੀ ਗੱਲਬਾਤ ਦਾ ਤਾਂ ਤੈਨੂੰ ਪਤਾ ਹੀ ਆ। ਬਾਕੀ ਗੱਲ ਇਹ ਹੈ ਕਿ ਜਦੋਂ ਹੁਣ ਅਸੀਂ ਅੰਦਰ ਬੈਠੇ ਸੀ ਤਾਂ ਹਲੇ ਵੀ ਡੀਐਸਪੀ ਹੁਸੈਨ ਦੇ ਪਿਓ ਨੂੰ ਬਾਰ-ਬਾਰ ਫੋਨ ਕਰਕੇ ਭੜਕਾਉਣਾ ਚਾਹੁੰਦਾ ਸੀ ਅਤੇ ਹੁਸੈਨ ਦੇ ਪਿਤਾ ਨੇ ਸਾਡੇ ਸਾਹਮਣੇ ਹੋਣ ਕਰਕੇ ਹੀ ਫੋਨ ਨਹੀਂ ਚੁੱਕਿਆ, ਨਹੀਂ ਤਾਂ ਪਤਾ ਨਹੀਂ ਡੀਐਸਪੀ ਹਰ ਰੋਜ਼ ਉਸ ਨੂੰ ਫੋਨ ਕਰ ਕਰਕੇ ਕਿੰਨਾ ਸਾਡੇ ਖਿਲਾਫ ਭੜਕਾਉਂਦਾ ਹੋਣਾ। ਬਸ ਰਤਨ ਸਿੰਘ, ਤੇਰੇ ਅੱਗੇ ਸਾਡੀ ਇਹ ਬੇਨਤੀ ਆ ਕਿ ਇਸ ਮਾਮਲੇ ਦਾ ਹੱਲ ਜਲਦੀ ਤੋਂ ਜਲਦੀ ਕੀਤਾ ਜਾਵੇ। ਰਤਨ ਸਿੰਘ, ਅੱਛਾ ਤਾਂ ਇਹ ਗੱਲ ਆ, ਪਰ ਮੈਨੂੰ ਹੁਸੈਨ ਤੇ ਸਲੀਮ ਦੇ ਪਿਓ ਤਾਂ ਹਰ 2 ਦਿਨ ਬਾਅਦ ਆ ਕੇ ਕੁਝ ਹੋਰ ਹੀ ਸੁਣਾਉਂਦੇ ਸੀ ਕਿ ਸਾਡੀ ਤਾਂ ਪੁਲਿਸ ਵਾਲੇ ਵੀ ਕੋਈ ਜ਼ਿਆਦਾ ਮਦਦ ਨਹੀਂ ਕਰ ਰਹੇ। ਇਸ ਕਰਕੇ ਮੈਂ ਇਹਨਾਂ ਦੀ ਮਦਦ ਕਰਨ ਵਾਸਤੇ ਕਈ ਵਾਰ ਤਾਂ ਥਾਣੇ ਵਿੱਚ ਆ ਆਇਆ ਸੀ ਅਤੇ ਮੈਂ ਥਾਣੇਦਾਰ ਉੱਤੇ ਬੜਾ ਦਬਾਅ ਵੀ ਪਾਇਆ ਸੀ ਕਿ ਜਿਨ੍ਹਾਂ ਨੇ ਸਲੀਮ ਤੇ ਹੁਸੈਨ ਦੇ ਪੁੱਤਰਾਂ ਨੂੰ ਜਾਣਬੁੱਝ ਕੇ ਮਾਰਿਆ ਹੈ ਉਹਨਾਂ ਨੂੰ ਬਖਸ਼ਿਆ ਨਾ ਜਾਵੇ। ਪਰ ਮਾਫ਼ ਕਰੀ ਸ਼ਮਸ਼ੇਰ ਸਿੰਘ ਯਾਰ, ਮੈਨੂੰ ਅਸਲ ਗੱਲ ਦਾ ਪਤਾ ਹੀ ਨਹੀਂ ਲੱਗਿਆ ਕਿ ਇਹ ਦੋਵੇਂ ਮੇਰੇ ਪਿੱਛੇ ਕੀ ਸਾਜ਼ਿਸ਼ਾਂ ਕਰ ਰਹੇ ਸੀ। ਚਲੋ ਕੋਈ ਗੱਲ ਨਹੀਂ, ਤੂੰ ਮੈਨੂੰ ਸੱਚ ਦੱਸ ਦਿੱਤਾ ਕਿ ਪਿੱਛੇ ਕੀ ਗੱਲ ਚੱਲ ਰਹੀ ਆ। ਮਾਮਾ ਸ਼ਮਸ਼ੇਰ, ਬਸ ਹੁਣ ਇੱਕ ਗੱਲ ਯਾਦ ਰੱਖੀ ਰਤਨ ਸਿੰਘ ਯਾਰ, ਅਸੀਂ ਹੁਸੈਨ ਤੇ ਸਲੀਮ ਦੇ ਮਾਤਾ ਪਿਤਾ ਦਾ ਕੋਈ ਨੁਕਸਾਨ ਨਹੀਂ ਹੋਣ ਦੇਣਾ ਤੇ ਰਹੀ ਗੱਲ ਥਾਣੇਦਾਰ ਦੀ, ਉਸ ਨਾਲ ਤਾਂ ਮੈਂ ਆਪ ਹੀ ਨਿਪਟ ਲੂੰ। ਅਤੇ ਫਿਰ ਸ਼ਮਸ਼ੇਰ ਸਿੰਘ ਮਾਮਾ ਤੇ ਰਤਨ ਸਿੰਘ ਦੁਬਾਰਾ ਬੈਠਕ ਵਿੱਚ ਚਲੇ ਗਏ ਜਿੱਥੇ ਨੂਰ, ਕਰਨ ਤੇ ਕਰਮੋ ਹੁਸੈਨ ਤੇ ਸਲੀਮ ਦੇ ਮਾਪਿਓ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸੀ, ਪਰ ਹੁਸੈਨ ਦਾ ਪਿਤਾ ਉਹਨਾਂ ਦੀ ਕਿਸੇ ਵੀ ਗੱਲ ਨੂੰ ਮੰਨਣ ਲਈ ਤਿਆਰ ਹੀ ਨਹੀਂ ਸੀ। ਅਤੇ ਫਿਰ ਰਤਨ ਸਿੰਘ ਸਰਪੰਚ ਨੇ ਅੱਗੇ ਆ ਕੇ ਉਹਨਾਂ ਦੇ ਗੁੱਸੇ ਨੂੰ ਥੋੜ੍ਹਾ ਜਿਹਾ ਠੰਡਾ ਕੀਤਾ ਤੇ ਨੂਰ ਦੇ ਸਾਰੇ ਪਰਿਵਾਰ ਤੇ ਸ਼ਮਸ਼ੇਰ ਮਾਮੇ ਨੂੰ ਕਿਹਾ ਕਿ ਤੁਸੀਂ ਹੁਣ ਇੱਥੋਂ ਜਾ ਸਕਦੇ ਹੋ ਜੀ, ਬਾਕੀ ਮੈਂ ਇਹਨਾਂ ਨਾਲ ਇਕੱਲਿਆਂ ਵਿੱਚ ਗੱਲ ਕਰਨਾ ਚਾਹੁੰਦਾ ਹਾਂ। ਤਾਂ ਸ਼ਮਸ਼ੇਰ ਮਾਮੇ ਨੇ ਨੂਰ ਨੂੰ ਅੱਖ ਦੇ ਇਸ਼ਾਰੇ ਨਾਲ ਸਮਝਾ ਕੇ ਖੜਾ ਕਰ ਦਿੱਤਾ ਤੇ ਇੱਥੋਂ ਚੱਲਣ ਲਈ ਕਿਹਾ। ਨੂਰ, ਕਰਨ, ਕਰਮੋ ਤੇ ਸ਼ਮਸ਼ੇਰ ਮਾਮਾ ਇਹਨਾਂ ਸਭ ਨੂੰ ਫਤਿਹ ਬੁਲਾ ਕੇ ਇੱਥੋਂ ਚਲੇ ਗਏ।
ਉਹਨਾਂ ਦੇ ਕਮਰੇ ਤੋਂ ਬਾਹਰ ਨਿਕਲਣ ਦੀ ਹੀ ਦੇਰ ਸੀ ਤਦੇ ਹੀ ਹੁਸੈਨ ਦੇ ਪਿਤਾ ਕੋਲ ਥਾਣੇਦਾਰ ਦਾ ਫੋਨ ਆ ਗਿਆ ਤੇ ਸਾਹਮਣੇ ਸਰਪੰਚ ਰਤਨ ਸਿੰਘ ਬੈਠਾ ਸੀ ਤੇ ਹੁਸੈਨ ਦੇ ਪਿਤਾ ਨੇ ਸਰਪੰਚ ਸਾਹਿਬ ਨੂੰ ਦੇਖ ਕੇ ਫਿਰ ਤੋਂ ਫੋਨ ਬੰਦ ਕਰਕੇ ਆਪਣੀ ਜੇਬ ਵਿੱਚ ਪਾ ਲਿਆ। ਬਾਕੀ ਕੱਲ ਦੀ ਵੀਡੀਓ 'ਚ ਜਾਰੀ ਰੱਖਾਂਗੇ ਜੀ। ਪੂਰਾ ਨਾਵਲ ਸੁਣਨ ਦੇ ਲਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਤੇ ਕਮੈਂਟ ਕਰਕੇ ਆਪਣਾ ਰਿਵਿਊ ਜ਼ਰੂਰ ਦੱਸਿਓ ਕਿ ਤੁਹਾਨੂੰ ਅੱਜ ਦਾ ਨਾਵਲ ਕਿਵੇਂ ਲੱਗਿਆ। ਧੰਨਵਾਦ ਜੀ।